ਕਾਂਗਰਸ ਦੇ ਖਿਲਾਫ ਬਹੁਤ ਸਟਰੋਂਗ ਐਂਟੀ ਇਨਕੰਬੈਂਸੀ ਸੀ। ਕੀ ਹੈ ਇਹ ਬੀਜੇਪੀ ਵਾਸਤੇ ਉਦੈ ਹੈ ਜਾਂ ਹਜੇ ਇੰਤਜ਼ਾਰ ਕਰਨਾ ਪਏਗਾ? ਰਾਹੁਲ ਗਾਂਧੀ ਵੀ ਇੱਥੇ ਆਏ, ਅਰਵਿੰਦ ਕੇਜਰੀਵਾਲ ਵੀ ਇੱਥੇ ਆਏ, ਕਾਂਗਰਸ ਦੇ ਵੱਡੇ ਨੇਤਾਵਾਂ ਨੇ ਵੀ ਕੈਂਪੇਨ ਕੀਤੀ ਹੈ, ਲੇਕਿਨ ਉਹਨਾਂ ਦੀਆਂ ਰੈਲੀਆਂ 'ਚ ਲੋਕਾਂ ਦਾ ਆਣਾ ਔਰ ਬੀਜੇਪੀ ਲੀਡਰਾਂ ਦੀਆਂ ਰੈਲੀਆਂ 'ਚ ਲੋਕਾਂ ਦਾ ਆਣਾ ਔਰ ਉਤਸ਼ਾਹ ਜ਼ਮੀਨ ਅਸਮਾਨ ਦਾ ਫਰਕ ਸੀ। ਪਿਛਲੀ ਵਾਰ ਸਿਰਫ 2 ਸੀਟਾਂ ਸੀ। ਕਿ ਸੀਟਾਂ ਦੀ ਕਿਆਸ ਰਾਈ ਲਾਣਾ ਖਤਰਨਾਕ ਹੋਏਗਾ। ਇੱਕ ਗੱਲ ਪੱਕੀ ਹੈ ਕਿ ਬੀਜੇਪੀ ਸਭ ਦੀਆਂ ਉਮੀਦਾਂ ਤੋਂ, ਈਵਨ ਸਾਡੀ ਜੋ ਉਮੀਦ ਹੈ ਉਸ ਤੋਂ ਵੀ ਜ਼ਿਆਦਾ ਅੱਛਾ ਪ੍ਰਦਰਸ਼ਨ ਕਰ ਰਹੀ ਹੈ। ਗੱਠਜੋੜ ਦੇ ਬਾਰੇ ਕੀ ਸੰਭਾਵਨਾ ਬਣ ਰਹੀ ਹੈ? ਦੇਖੋ, ਗੱਠਜੋੜ ਦੇ ਬਾਰੇ 'ਚ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਗੱਠਜੋੜ ਹੈ ਉਹ ਆਲਰੇਡੀ ਬਹੁਮਤ ਦੇ ਅੰਕੜੇ ਨੂੰ ਪਾਰ ਕਰੇਗਾ। ਪੰਜਾਬ ਵਿੱਚ ਚੋਣਾਂ ਦਾ ਦੌਰ ਜਿਹੜਾ ਹੈ ਉਹ ਖਤਮ ਹੋ ਗਿਆ ਹੈ। ਹੁਣ ਬੇਸਬਰੀ ਨਾਲ ਰਿਜ਼ਲਟ ਦਾ ਇੰਤਜ਼ਾਰ ਹੈ। ਚੋਣਾਂ ਦੀ ਪਰਸੈਂਟੇਜ ਜਿਹੜੀ ਹੈ 70% ਪਲੱਸ ਦੇ ਨੇੜੇ ਤੇੜੇ ਜਿਹੜਾ ਹੈ ਉਹ ਫਾਈਨਲ ਅੰਕੜਾ ਆਉਣ ਦੀ ਉਮੀਦ ਹੈਗੀ ਹੈ। ਇੰਤਜ਼ਾਰ ਥੋੜ੍ਹਾ ਲੰਬਾ ਹੋ ਰਿਹਾ ਹੈ, ਪਰ ਇਸ ਵਿਚਾਲੇ ਬੀਜੇਪੀ ਦਾ ਜਿਹੜਾ ਪੰਜਾਬ ਨੂੰ ਲੈ ਕੇ ਇੰਤਜ਼ਾਰ ਹੈ ਜਾਂ ਜੋ ਇੱਛਾਵਾਂ ਹੈ ਉਸ ਨੂੰ ਕਿੰਨਾ ਬੂਰ ਪਿਆ ਹੈ ਇਸ ਵੋਟਿੰਗ ਦੇ ਦੌਰਾਨ, ਇਹ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ, ਇਸ ਵਕਤ ਸਾਡੇ ਨਾਲ ਮੌਜੂਦ ਨੇ। ਸੁਭਾਸ਼ ਜੀ, ਸਵਾਗਤ ਹੈ। ਥੈਂਕ ਯੂ ਸੋ ਮਚ। ਸੁਭਾਸ਼ ਜੀ, ਕੀ ਹੈ ਇਹ ਬੀਜੇਪੀ ਵਾਸਤੇ ਉਦੈ ਹੈ ਜਾਂ ਹਜੇ ਇੰਤਜ਼ਾਰ ਕਰਨਾ ਪਏਗਾ ਕੱਲ੍ਹ ਦੀ ਵੋਟਿੰਗ ਤੋਂ ਬਾਅਦ? ਨਹੀਂ, ਬੀਜੇਪੀ ਦਾ ਰਾਈਜ਼ ਜਿਹੜਾ ਹੈ ਉਹ ਬਿਲਕੁਲ ਨਿਸ਼ਚਿਤ ਹੈ ਔਰ ਜਿਸ ਪ੍ਰਕਾਰ ਦਾ ਸਮਰਥਨ ਪੰਜਾਬ ਦੀ ਜਨਤਾ ਨੇ ਸਾਨੂੰ ਦਿੱਤਾ ਹੈ, ਬਹੁਤ ਸਰਪ੍ਰਾਈਜ਼ਿੰਗ ਰਿਜ਼ਲਟ ਹੋਣਗੇ ਜੀ। ਤੇ ਵੋਟ ਪਰਸੈਂਟੇਜ ਨੂੰ ਲੈ ਕੇ ਜਿਹੜਾ ਹੈ ਉਹ ਪਿਛਲੀ ਵਾਰ ਦੇ ਨੇੜੇ ਤੇੜੇ ਆ ਕੇ ਰੁਕ ਰਿਹਾ ਹੈ, ਤੇ ਇਸ ਵਾਰ ਤੁਸੀਂ ਇਕੱਲੇ ਵੀ ਸੀ। ਕੀ ਕੁਝ ਈਕੋ ਤੁਹਾਨੂੰ ਸੁਣਾਈ ਦਿੱਤੀ ਹੈ ਪੂਰੇ ਪੰਜਾਬ 'ਚ? ਦੇਖੋ, ਦੋ ਗੱਲਾਂ ਬਹੁਤ ਨਿਸ਼ਚਿਤ ਸੀਗੀਆਂ ਪੰਜਾਬ 'ਚ। ਪਹਿਲੀ ਗੱਲ, ਕਾਂਗਰਸ ਦੇ ਖਿਲਾਫ ਬਹੁਤ ਸਟਰੋਂਗ ਐਂਟੀ ਇਨਕੰਬੈਂਸੀ ਸੀ ਔਰ ਤੁਸੀਂ ਦੇਖੋਗੇ ਕਿ ਕਾਂਗਰਸ ਦਾ ਜੋ परिणाम आएगा या कांग्रेस ਲਈ जो परफॉर्मेंस होएगी वो बहुत पुअर होएगी। कांग्रेस ਦੇ ਸਾਰੇ ਦਿੱਗਜ ਚੋਣਾਂ ਆ ਰਹੇ ਨੇ ਔਰ ਕਾਂਗਰਸ ਡਿਮੋਲਿਸ਼ ਹੋ ਰਹੀ ਹੈ ਇਹਨਾਂ ਚੋਣਾਂ 'ਚ। ਦੂਸਰਾ ਜਿਹੜਾ ਇੱਕ ਰਾਈਜ਼ ਦਿਖ ਰਿਹਾ ਹੈ, ਜਿਹੜਾ ਮੀਡੀਆ ਹਾਊਸਸ ਵੀ ਦਿਖਾ ਰਹੇ ਨੇ ਕਿ ਭਈ ਆਪ ਦਾ ਬੜਾ ਰਾਈਜ਼ ਹੋ ਰਿਹਾ ਹੈ, ਮੈਂ ਸਮਝਦਾ ਉਹ ਵੀ ਆਕਲਨ ਬਿਲਕੁਲ ਗਲਤ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਵੀ ਜਿੰਨਾ ਉਹਨੂੰ ਰੇਟ ਕਰ ਰਹੇ ਹਾਂ ਉਸ ਤੋਂ ਬਹੁਤ ਥੱਲੇ ਰਹਿਣ ਵਾਲੀ ਹੈ ਔਰ ਬੀਜੇਪੀ ਨੂੰ ਜਿਹਨੂੰ ਬਹੁਤ ਅੰਡਰ ਐਸਟੀਮੇਟ ਕੀਤਾ ਸੀਗਾ ਉਹਦੀ ਪਰਫਾਰਮੈਂਸ ਬਹੁਤ ਵਧੀਆ ਰਹਿਣ ਵਾਲੀ ਹੈ। ਪਰ ਬੀਜੇਪੀ ਲਈ ਤੁਹਾਨੂੰ ਇੰਨਾ ਪਲੱਸ ਕਿਉਂ ਨਜ਼ਰ ਆ ਰਿਹਾ? ਕਿਉਂਕਿ ਪਿਛਲੀ ਵਾਰ ਸਿਰਫ 2 ਸੀਟਾਂ ਸੀ, 3 ਸੀਟਾਂ ਆਈਆਂ ਸੀ, ਫਿਰ ਬਾਅਦ ਵਿੱਚ ਬਾਈ ਇਲੈਕਸ਼ਨ ਹੋਇਆ, 2 ਸੀਟਾਂ ਰਹਿ ਗਈਆਂ, ਤੇ ਅੰਦੋਲਨ ਵੀ ਹੋਇਆ, ਕਾਨੂੰਨ ਵਾਪਸ ਵੀ ਹੋਏ, ਫਿਰ ਤੁਸੀਂ ਇਕੱਲੇ ਵੀ ਰਹਿ ਗਏ, ਤੇ ਤੁਹਾਨੂੰ ਇਹ ਇੰਨਾ ਪਲੱਸ ਵਾਲਾ ਜਿਹੜਾ ਹੈ ਮੌਸਮ ਕਿਉਂ ਨਜ਼ਰ ਆ ਰਿਹਾ? ਜਨਤਾ ਦਾ ਸਮਰਥਨ ਕਰਕੇ ਨਜ਼ਰ ਆ ਰਿਹਾ। ਦੇਖੋ, ਜਦੋਂ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ ਤੇ ਕੋਈ ਸਾਨੂੰ ਜ਼ਿਆਦਾ ਗਿਣਤੀ 'ਚ ਗਿਣ ਨਹੀਂ ਰਹੇ ਸੀ, ਸੀਰੀਅਸਲੀ ਵੀ ਨਹੀਂ ਲੈਂਦੇ ਸੀ। ਮੀਡੀਆ ਹਾਊਸਸ ਵੀ ਤੁਸੀਂ ਦੇਖੋ ਜਿੰਨੇ ਸਰਵੇ ਆਏ, ਕੋਈ ਕਹਿੰਦਾ ਸੀ ਬੀਜੇਪੀ ਨੂੰ 0 ਸੀਟ ਆਣੀ ਹੈ, ਕੋਈ ਕਹਿੰਦਾ ਸੀ 2 ਆਣੀਆਂ, ਕੋਈ ਕਹਿੰਦਾ ਸੀ 3 ਆਣੀਆਂ। ਲੇਕਿਨ ਜਿਹੜੀ ਕੈਂਪੇਨ ਹੋਈ ਆ, ਤੁਸੀਂ ਦੇਖੋਗੇ ਕੈਂਪੇਨ 'ਚ ਜੋ ਰਿਸਪੌਂਸ ਹੈ ਉਹ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਕਿਤੇ ਜ਼ਿਆਦਾ ਰਿਸਪੌਂਸ ਬੀਜੇਪੀ ਨੂੰ ਮਿਲਿਆ। ਤੁਸੀਂ ਰੈਲੀਆਂ ਦੇ ਸ਼ਾਰਟਸ ਕਢਾ ਕੇ ਦੇਖ ਲਓ, ਤੁਸੀਂ ਰੈਲੀਆਂ ਦੀ ਗਰਾਊਂਡ ਦੀ ਕਵਰੇਜ, ਗਰਾਊਂਡ ਦਾ ਇੰਪੈਕਟ ਕਢਾ ਕੇ ਦੇਖ ਲਓ। ਰਾਹੁਲ ਗਾਂਧੀ ਵੀ ਇੱਥੇ ਆਏ, ਅਰਵਿੰਦ ਕੇਜਰੀਵਾਲ ਵੀ ਇੱਥੇ ਆਏ, ਕਾਂਗਰਸ ਦੇ ਵੱਡੇ ਨੇਤਾਵਾਂ ਨੇ ਵੀ ਕੈਂਪੇਨ ਕੀਤੀ ਹੈ, ਲੇਕਿਨ ਉਹਨਾਂ ਦੀਆਂ ਰੈਲੀਆਂ 'ਚ ਲੋਕਾਂ ਦਾ ਆਣਾ ਔਰ ਬੀਜੇਪੀ ਲੀਡਰਾਂ ਦੀਆਂ ਰੈਲੀਆਂ 'ਚ ਲੋਕਾਂ ਦਾ ਆਣਾ ਔਰ ਉਤਸ਼ਾਹ ਜ਼ਮੀਨ ਅਸਮਾਨ ਦਾ ਫਰਕ ਸੀ। ਖਾਸ ਕਰਕੇ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਰੈਲੀਆਂ ਹੋਈਆਂ, ਇੰਨਾ ਓਵਰਹੈਲਮਿੰਗ ਰਿਸਪੌਂਸ ਸੀ ਪੰਜਾਬ 'ਚ ਕਿ ਉਹ ਪ੍ਰਗਟਾ ਰਿਹਾ ਸੀ ਕਿ ਜਨਤਾ ਦਾ ਰੁਖ ਬੀਜੇਪੀ ਵੱਲ ਹੈ। ਅੱਗੇ ਸੰਭਾਵਨਾਵਾਂ ਕੀ ਬਣ ਰਹੀਆਂ ਨੇ? ਮਤਲਬ ਗੱਠਜੋੜ ਦੀ ਲਗਾਤਾਰ ਚਰਚਾ ਹੁੰਦੀ ਰਹੀ ਹੈ। ਇਹ ਸਾਰੇ ਤੁਹਾਡੇ ਜਿਹੜੇ ਰਿਪਰੈਜ਼ੈਂਟੇਟਿਵ ਵੱਡੇ ਘੁੰਮ ਰਹੇ ਸੀ, ਉਹਨਾਂ ਤੋਂ ਸਵਾਲ ਪੁੱਛੇ ਗਏ, ਗੱਠਜੋੜ ਦੇ ਬਾਰੇ ਕੀ ਸੰਭਾਵਨਾ ਬਣ ਰਹੀਆਂ? ਦੇਖੋ, ਗੱਠਜੋੜ ਦੇ ਬਾਰੇ 'ਚ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਗੱਠਜੋੜ ਹੈ ਉਹ ਆਲਰੇਡੀ ਬਹੁਮਤ ਦੇ ਅੰਕੜੇ ਨੂੰ ਪਾਰ ਕਰੇਗਾ ਔਰ ਐਨਡੀਏ ਦੀ ਸਰਕਾਰ ਬਣੇਗੀ। ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਪੋਸਟ ਪੋਲ ਅਲਾਇੰਸ ਕਰਨ ਦੀ ਨੌਬਤ ਆਏਗੀ। ਅਕਾਲੀ ਦਲ ਬਾਰੇ ਕੀ ਵਿਚਾਰ? ਇਹ ਬੜੀ ਮੁਸ਼ਕਿਲ ਜਾਨ ਛੁੱਟੀ ਹੈ ਜੀ। ਅਸੀਂ ਬੜਾ ਅੱਛਾ ਮਹਿਸੂਸ ਕਰ ਰਹੇ ਹਾਂ। ਪਹਿਲੀ ਵਾਰੀ ਅਸੀਂ ਇੰਨੀਆਂ ਸੀਟਾਂ 'ਤੇ ਇਲੈਕਸ਼ਨ ਲੜੀ ਹੈ। ਲਗਭਗ 73 ਸੀਟਾਂ ਬੀਜੇਪੀ ਨੇ ਲੜੀਆਂ ਆਪਣੇ ਸਿੰਬਲ 'ਤੇ ਔਰ ਮਾਝੇ 'ਚ ਵੀ ਲੜੀਆਂ, ਦੁਆਬੇ 'ਚ ਵੀ ਲੜੀਆਂ, ਮਾਲਵੇ 'ਚ ਵੀ ਲੜੀਆਂ, ਪੇਂਡੂ ਖੇਤਰਾਂ 'ਚ ਵੀ ਲੜੀਆਂ ਔਰ ਜਿਸ ਤਰ੍ਹਾਂ ਦਾ ਹੁੰਗਾਰਾ ਔਰ ਹੁਲਾਰਾ ਸਾਨੂੰ ਮਿਲਿਆ ਹੈ, ਸਾਡਾ ਉਤਸ਼ਾਹ ਵੀ ਵਧਿਆ ਹੈ, ਸਾਡਾ ਆਤਮ ਵਿਸ਼ਵਾਸ ਵੀ ਵਧਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਹੁਣ ਉਹ ਪੁਰਾਣੀ ਗੱਲ ਹੋ ਗਈ ਹੈ। ਹੁਣ ਬੀਜੇਪੀ ਆਪਣੇ ਦਮ ਤੱਕ ਵਧੇਗੀ। ਫਿਰ ਜੇ ਲੋੜ ਪਈ ਤਾਂ ਛੋਟਾ ਭਰਾ ਬਣਾ ਕੇ ਵਾਪਸ ਲਿਆਓਗੇ? ਇਹ ਮੈਨੂੰ ਲੱਗਦਾ ਲੋੜ ਨਹੀਂ ਪੈਣੀ। ਇਹ ਹਾਈਪੋਥੈਟੀਕਲ ਕੁਐਸਚਨ ਹੈ, ਮੈਂ ਨਹੀਂ ਸਮਝਦਾ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪਏਗੀ। ਇੱਕ ਗੱਲ ਪੱਕੀ ਹੈ, ਬੀਜੇਪੀ ਹੁਣ ਇਕੱਲੇ ਪੰਜਾਬ 'ਚ ਅੱਗੇ ਚੱਲੇਗੀ। ਕੈਪਟਨ ਸਾਹਿਬ ਨੇ ਕੱਟਾ ਦਾਨ ਕੀਤਾ ਸੀ ਤੇ ਮਤਲਬ ਸਾਰੇ ਮੰਦਰ ਗੁਰਦੁਆਰਿਆਂ ਦੇ ਚੱਕਰ ਲਾ ਰਹੇ ਸੀ, ਚੰਨੀ ਸਾਹਿਬ ਵੀ ਘੁੰਮ ਰਹੇ ਸੀ, ਉਧਰੋਂ ਦੀ ਆਮ ਆਦਮੀ ਪਾਰਟੀ ਵਾਲੇ ਵੀ ਮੰਦਰ ਗੁਰਦੁਆਰੇ ਜਾ ਰਹੇ ਸੀ। ਕਿਸ ਦੀ ਪੁਕਾਰ ਜਿਹੜੀ ਹੈ ਉਹ ਰੱਬ ਨੇ ਸੁਣੀ ਹੋਈ?
ਦੇਖੋ ਅਸੀਂ ਤਾਂ ਆਸਥਾਵਾਨ ਲੋਕ ਹੈ, ਸਾਰੇ ਆਸਤਿਕ ਲੋਕ ਹੈ, ਪ੍ਰਮਾਤਮਾ 'ਚ ਈਸ਼ਵਰ 'ਚ ਵਿਸ਼ਵਾਸ ਰੱਖਦੇ ਹਾਂ। ਸਭ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਜਿਸ ਤਰ੍ਹਾਂ ਦੀ ਵਿਸ਼ਵਾਸ ਹੈ ਉਹਦੇ ਹਿਸਾਬ ਨਾਲ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਹੀ ਹੈ। ਪਰ ਮੈਨੂੰ ਲੱਗਦਾ ਹੈ ਕਿ ਲੋਕਤੰਤਰ 'ਚ ਜਨਤਾ ਦੀ ਆਵਾਜ਼ 'ਚ ਹੀ ਪ੍ਰਮਾਤਮਾ ਦੀ ਆਵਾਜ਼ ਹੈ, ਪਰਮੇਸ਼ਵਰ ਦੀ ਆਵਾਜ਼ ਹੈ, ਔਰ ਜਨਤਾ ਦੀ ਆਵਾਜ਼ ਇਸ ਵਾਰੀ ਭਾਰਤੀ ਜਨਤਾ ਪਾਰਟੀ ਹੈ। ਤੁਸੀਂ ਤਾਂ ਚਲੋ ਤੁਹਾਡੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ, ਪਰ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ, ਪ੍ਰਿਯੰਕਾ ਗਾਂਧੀ ਨਾਲ ਸਾਡੀ ਗੱਲਬਾਤ ਹੋਈ ਸੀ। ਉਹ ਤਾਂ ਕਹਿ ਰਹੇ ਸੀ ਚੰਨੀ ਸਾਹਿਬ ਨੇ ਜੋ 111 ਦਿਨ ਵਿੱਚ ਕੰਮ ਕੀਤੇ ਨੇ ਉਹ ਦੇਸ਼ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ, ਉਸੇ ਤੇ ਮੋਹਰ ਲੱਗੇਗੀ, ਉਸੇ ਤੇ ਮੋਹਰ ਲੱਗਣ ਦਾ ਉਹ ਦਾਅਵਾ ਕਰਦੇ ਨੇ। चन्नी साहब आप दोनों सीटें हार रहे हैं और कांग्रेस की जो हालत होएगी वो प्रियंका गांधी के सामने नहीं आ जाएगी। देखो कांग्रेस ने हमेशा डिवाइसिव पॉलिटिक्स की है, वंड पाओ तो राज करो। और इस बार भी पंजाब चो की कर रहे सी, कदी वो कहते हैं जी हिंदू चेहरे को मुख्यमंत्री नहीं बना सकते, कदी वो कहते हैं कांग्रेस के मुख्यमंत्री ने बयान दिता जी यूपी बिहार वाले पंजाब च वड़न नहीं देंगे। ये कैसी सोच है? ये देश नूं वंडन की सोच है, पंजाब के भाईचारे नूं तोड़न की सोच है। ਮੈਨੂੰ ਨਹੀਂ ਲੱਗਦਾ ਪੰਜਾਬੀ ਇਸ ਸੋਚ ਦੇ ਉੱਤੇ ਵੋਟ ਲਾਉਣਗੇ। ਅੱਛਾ, ਸੀਟਾਂ ਨੂੰ ਲੈ ਕੇ ਖਾਸ ਕਲੀਅਰ ਗੱਲ ਕਰ ਲਈਏ ਕਿ ਤੁਸੀਂ ਕਿੱਧਰ ਬਹੁਤ ਕੌਨਫੀਡੈਂਟ ਨਜ਼ਰ ਆ ਰਹੇ ਹੋ। ਤੁਸੀਂ ਕਹਿ ਰਹੇ ਹੋ ਅਲਾਈਅੰਸ ਦੀ ਸਰਕਾਰ ਆਏਗੀ, ਪਰ ਮਾਝੇ ਮਾਲਵੇ ਦੁਆਬੇ 'ਚ ਜੇ ਡਿਫਰੈਂਸ਼ੀਏਟ ਕਰੀਏ ਕਿੱਥੋਂ ਕਿੰਨੀਆਂ ਸੀਟਾਂ 69 23 +30 ਦਾ ਜਿਹੜਾ 25 ਦਾ ਜਿਹੜਾ ਕੰਬੀਨੇਸ਼ਨ ਹੈ ਉੱਥੇ ਤੁਹਾਨੂੰ ਜ਼ਰਾ ਡਿਵਾਈਡ ਕਰਕੇ ਤੁਸੀਂ ਦੱਸ ਦਿਓ ਕਿ ਕੀ ਉਮੀਦ ਹੈ। ਦੇਖੋ ਅੱਜ ਕੋਈ ਡਿਵਾਈਡ ਕਰਨਾ ਮੈਂ ਸਮਝਦਾ ਉਹ ਠੀਕ ਨਹੀਂ ਹੋਏਗਾ, ਲੇਕਿਨ ਮੈਂ ਇੱਕ ਗੱਲ ਨਿਸ਼ਚਿਤ ਕਹਿ ਰਿਹਾ कि माझे और दुआबे बीजेपी पहले ही मजबूत सी और उत्थे बहुत वड्डी गिनती स्वीप हो रही है। लेकिन मैनू उस तो भी ज़्यादा उत्साह इस गल तो मिलता है कि मालवे के अंदर बीजेपी को जोड़ा समर्थन मिले। मैं मालवे दी रैलियां जाके आया, नड्डा साहब बल्लूआना गए सी, देहाती सीट है, बिल्कुल पेंडू सीट है, जलालाबाद गए, मौड़ गए, राजनाथ सिंह जी दी मालवे सभावां हुई, स्मृति ईरानी जी मालवे गए, प्राइम मिनिस्टर मोदी ने रैली की थी अबोहर के अंदर, अमित शाह जी दी रैलियां हुई पटियाले के अंदर, लुधियाने के अंदर। मालवे च इन्ना जबरदस्त रिस्पॉन्स सानू मिले है कि मैं तो बड़ा अपबीट है और मैनूं तो लगता है भी मालवे ने यार कि माझे और दुआबे नूं भी मात दे देनी सीटां देने च। ਪਰ ਫਿਰ ਵੀ ਥੋੜਾ ਜਿਹਾ ਕੈਲਕੂਲੇਟ ਕਰ ਦਿਓ ਨਾ ਕਿ ਤੁਹਾਨੂੰ ਕਿੰਨੀਆਂ ਸੀਟਾਂ, ਆਪ ਨੂੰ ਕਿੰਨੀਆਂ ਸੀਟਾਂ, ਕਾਂਗਰਸ ਨੂੰ ਕਿੰਨੀਆਂ ਸੀਟਾਂ, ਫਿਰ ਅਕਾਲੀਆਂ ਨੂੰ, ਇਹ ਥੋੜਾ ਜਿਹਾ ਕੈਲਕੂਲੇਟ ਕਰ ਦਿਓ। ਇਹ ਕੰਮ ਅਸੀਂ ਤੁਹਾਡੇ ਲਈ ਛੱਡਿਆ ਹੋਇਆ ਹੈ ਕਿ ਤੁਸੀਂ ਆਪਣਾ ਸਰਵੇ, ਆਪਣਾ ਐਗਜ਼ਿਟ ਪੋਲ, ਕਿਉਂਕਿ ਤੁਸੀਂ ਸੈਫੋਲੋਜਿਸਟ ਵੀ ਤੁਹਾਡੇ ਕੋਲ ਹੁੰਦੇ ਆ। ਸਾਨੂੰ ਤੇ ਜੋ ਪਲਸ ਸਮਝ ਆ ਰਹੀ ਹੈ ਉਹ ਇਹ ਹੈ ਕਿ ਜਨਤਾ ਦਾ ਰੁਖ ਬੀਜੇਪੀ ਵੱਲ ਸੀ, ਉਹ ਜਿਹੜੀ ਲਹਿਰ ਹੈ ਉਹ ਕਿੱਥੇ ਜਾ ਕੇ ਰੁਕੇਗੀ ਅੱਜ ਉਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਦੇਖੋ ਦੋਨਾਂ ਇਲੈਕਸ਼ਨਾਂ 'ਚ ਆਪਾਂ ਦੇਖਿਆ 2014 'ਚ ਔਰ 2019 'ਚ ਸਾਰੇ ਸੈਫੋਲੋਜਿਸਟ 2014 'ਚ ਵੀ ਇਹ ਗੱਲ ਕਹਿੰਦੇ ਸੀ ਕਿ ਮੋਦੀ ਸਾਹਿਬ ਦੀ ਲਹਿਰ ਤਾਂ ਹੈਗੀ ਹੈ, ਬੀਜੇਪੀ ਨੰਬਰ 1 ਪਾਰਟੀ ਵੀ ਬਣੇਗੀ, ਪਰ ਬਹੁਮਤ ਦੇ ਨੇੜੇ ਨਹੀਂ ਪਹੁੰਚਦੀ। बीजेपी 285 सीटां लैके बहुमत मिलिया, सारे लोग हैरान हो गए। जो 2019 दी चोण आईयां, उन्हें कहा पिछली बार तो मिल गया सी, बड़ी पीक सी, एरकी तो उन्होंने स्टेटां चों फुल सीटां नहीं आनियां, एरकी थल्ले रह जाएंगे। जनता ने शुरुआत दिता 300 भी पार कर गए। इस करके लहर कित्थे जाके रुकेगी मैं अज नहीं कह सकता। इस करके सीटां की क्यासराई लाना खतरनाक होएगा। एक गल पक्की है कि बीजेपी सब दियां उम्मीदां तो ईवन साडी जो उम्मीद है उस तो भी ज़्यादा अच्छा प्रदर्शन कर रही है। ਚਲੋ ਇਹ ਤੁਹਾਡੀ ਉਮੀਦ ਹੈ, ਪਰ ਇਲੈਕਸ਼ਨ ਦਾ ਜਿਹੜਾ ਫਟੀਗ ਹੈ ਉਹ ਹੁਣ ਤੁਸੀਂ ਕਿੱਦਾਂ ਥਕਾਵਟ ਉਤਾਰ ਰਹੇ ਹੋ? ਦੇਖੋ ਇਲੈਕਸ਼ਨ ਦੀ ਫਟੀਗ ਜਿਹੜੀ ਹੈ ਨਾ ਉਦੋਂ ਹੀ ਉਤਰ ਜਾਂਦੀ ਹੈ ਜਦੋਂ ਜਨਤਾ ਦਾ ਆਸ਼ੀਰਵਾਦ ਮਿਲ ਜਾਂਦਾ ਹੈ। ਕੱਲ ਜਿਸ ਪ੍ਰਕਾਰ ਦਾ ਰਿਸਪਾਂਸ ਆ ਰਿਹਾ ਸੀ, ਕਾਰਿਆਕਰਤਾਵਾਂ ਨਾਲ ਗੱਲ ਹੋ ਰਹੀ ਸੀ, ਅਲੱਗ-ਅਲੱਗ ਸੀਟਾਂ ਤੋਂ ਫੀਡਬੈਕ ਆ ਰਿਹਾ ਸੀ, ਜਿੰਨਾ ਪਿਆਰ ਉਤਸ਼ਾਹ ਪੰਜਾਬੀਆਂ ਨੇ ਬੀਜੇਪੀ ਨੂੰ ਦਿਖਾਇਆ ਹੈ, ਸਾਡੀ ਥਕਾਵਟ ਤਾਂ ਉਤਰ ਗਈ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਸੋ ਸੁਭਾਸ਼ ਸ਼ਰਮਾ ਹੋਣਾ ਨੂੰ ਉਮੀਦ ਹੈ ਕਿ ਪੰਜਾਬ ਵਿੱਚ ਪੰਜਾਬ ਵਿੱਚ ਬੀਜੇਪੀ ਅਲਾਈਅੰਸ ਦੀ ਜਿਹੜੀ ਹੈ ਉਹ ਸਰਕਾਰ ਬਣੇਗੀ ਤੇ ਵਰਕਰਾਂ ਦੇ ਉਤਸ਼ਾਹ ਤੋਂ ਬੀਜੇਪੀ ਦੇ ਲੀਡਰ ਕਾਫੀ ਉਤਸ਼ਾਹਿਤ ਨੇ, ਪਰ ਇਹ ਉਤਸ਼ਾਹ ਜਿਹੜਾ ਹੈ ਰਿਜ਼ਲਟ ਵਿੱਚ ਕਿੰਨਾ ਕੁ ਬਦਲਦਾ ਹੈ ਇਹ ਵੇਖਣਾ ਹੋਏਗਾ 10 ਮਾਰਚ ਨੂੰ। ਕੈਮਰਾਮੈਨ ਜਸ਼ਨਪ੍ਰੀਤ ਦੇ ਨਾਲ ਸ਼ਰਮਿਤ, ਜਗਬਾਣੀ ਟੀਵੀ, ਚੰਡੀਗੜ੍ਹ।